तो मैं बेनती कर रहा साडे अति सत्कारयोग प्रोफैसर बलविंदरपाल सिंह जी, एडिशनल चीफ ऑर्गेनाइजर गुरु गोबिंद सिंह स्टडी सर्कल, ते साडा विरसा साडा गौरव दे इंचार्ज बहुत लंबे समय तो 40 सालों तो सेवा कर रहे हैं गुरु गोबिंद सिंह स्टडी सर्कल च। प्रोफैसर ने रिटायर होए ने, बहुत वड्डे गुण ने, पिता पुरखी गुण ने, संस्कार ने इन्हां दे पिता जी वो भी बहुत वड्डे पंथ दे कवि सन। इन्हां दे वड्डे भराता सरदार जतिंदरपाल सिंह जी चेयरमैन ने गुरु गोबिंद सिंह स्टडी सर्कल दे, जिहड़ी अंतरराष्ट्रीय संस्था है ते सारे संसार के अंदर हर पक्ष तो जो है बहुत वड्डी सेध दे रही है नौजवानों नूं ते सारी दुनिया नूं। अज ना है इस जिहड़ी साडी NGO दा, इत्थों तक कि UNO वालों भी सानू जो मिली हुई है मानता मिली है। तो मैं बहुता समा ना लैंदा होया सर बलविंदरपाल सिंह जी, प्रोफैसर बलविंदरपाल सिंह जी बहुत वड्डे विद्वान ने साडे, उन्हां नूं बेनती कर रहे हैं कि गुरमत काव परंपरा दे बारे विच बहुत ही सोहणे ढंग दे नाल सानू 15-20 मिनट दे लई सरशार करन। बहुत बहुत जी आयां नूं सरदार बलविंदरपाल सिंह जी। वाहिगुरू जी का खालसा, वाहिगुरू जी की फतेह। सारे कवि साहबान नूं बेनती कि आपो अपने माइक ऑफ करके सिनेमा इन्हां तो विचार सरवण करो बड़े वधिया ढंग दे नाल, और नोट करो पेन ते कापियां लैके सारी गल नोट करो। वाहिगुरू जी का खालसा, वाहिगुरू जी की फतेह। वीडियो ही नहीं ऑन हो रही। हाँ जी प्रोफेसर साहब आओ जी। वाहिगुरू जी का खालसा, सो निहाल सत अकाल। वाहिगुरू जी का खालसा, वाहिगुरू जी की फतेह। बहुत ही आनंददायक कवि दरबार ਦਾ ਪਹਿਲਾ ਜੋ ਭਾਗ ਹੈ ਸੰਸਕਰਨ ਹੈ ਉਹ ਸੁਣਨ ਨੂੰ ਮਿਲਿਆ ਹੈ। तो मैं देख रहा पिछले 3-4 ਸਾਲਾਂ ਤੋਂ ਹੁਣ ਜੋ ਕਵੀ ਹਨ ਉਹ ਬਹੁਤ ਜ਼ਿਆਦਾ ਉਹਨਾਂ ਦੀ ਕਾਵ ਰਚਨਾ ਤੇ ਪੇਸ਼ਕਾਰੀ ਦੋਨਾਂ ਦੇ ਵਿੱਚ ਬਹੁਤ ਨਿਖਾਰ ਆ ਗਿਆ ਤੇ ਭਾਵਨਾਵਾਂ ਜਿਹੜੀਆਂ ਨੇ ਸੂਖਮ ਹੋਈ ਜਾ ਰਹੀਆਂ ਨੇ। ਸ਼ਬਦਾਂ ਦੀ ਚੋਣ ਔਰ ਤਰਨਮ ਔਰ ਪੇਸ਼ਕਾਰੀ ਜਿਹੜੀ ਹੈ ਉਹਦੇ ਵਿੱਚ ਜਜ਼ਬਾ ਔਰ ਉਹਦੇ ਵਿੱਚ ਬੌਧਿਕਤਾ ਇਹ ਸਾਰਾ ਕੁਝ ਸ਼ਾਮਲ ਹੋਈ ਜਾ ਰਿਹਾ। ਔਰ ਇਤਿਹਾਸ ਦੇ ਜੋ ਪੰਨੇ ਹਨ ਉਹਨਾਂ ਦੀ ਜੋ ਇਤਿਹਾਸਕਾਰੀ ਦੀਆਂ ਬਰੀਕੀਆਂ ਹਨ, ਜਿਸ ਤਰ੍ਹਾਂ ਡਾਕਟਰ ਹਰੀ ਸਿੰਘ ਜਾਚਕ ਆਮ ਤੌਰ ਤੇ ਕਹਿੰਦੇ ਹਨ, ਪਰਸੋਂ ਵੀ ਉਹਨਾਂ ਨੇ ਟੀਵੀ ਦੇ ਉੱਤੇ ਵੀ ਇਹ ਗੱਲ ਕਹੀ ਸੀ ਕਿ ਜੋ ਧਾਰਮਿਕ ਕਵਿਤਾ ਹੈ, ਵਿਰਸੇ ਨਾਲ ਸੰਬੰਧਿਤ ਕਵਿਤਾ ਹੈ, ਉਹਦੇ ਲਈ ਅਧਿਐਨ ਅਤੇ ਉਸ ਘਟਨਾ ਦੇ ਨਾਲ, ਸਾਕੇ ਦੇ ਨਾਲ, ਉਸ ਸਾਖੀ ਦੇ ਨਾਲ ਬਹੁਤ ਬਰੀਕੀ ਦੇ ਨਾਲ ਉੱਥੇ ਜਾ ਕੇ ਆਪਣੇ ਆਪ ਨੂੰ ਹਾਜ਼ਰ ਕਰਨਾ ਪੈਂਦਾ ਹੈ। ਔਰ ਉਸ ਪੇਸ਼ਕਾਰੀ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਬਰੀਕੀਆਂ ਦੀ ਲੋੜ ਪੈਂਦੀ ਹੈ। ਉਹ ਮੈਂ ਦੇਖ ਰਿਹਾ ਕਵੀ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਅੰਦਰ ਉਹ ਚੀਜ਼ ਜਿਹੜੀ ਹੈ ਉਹ ਬਿਲਕੁਲ ਸ਼ਾਮਲ ਹੋਈ ਜਾ ਰਹੀ ਹੈ। ਔਰ ਇਹ ਸਾਰੀ ਜਿਹੜੀ ਕਰਾਮਾਤ ਹੈ ਇਹ ਤੁਹਾਡੀ ਇਹ ਜਮਾਤ ਦੀ ਕਰਾਮਾਤ ਹੈ, ਜਿਹੜੀ ਤੁਸੀਂ ਜਮਾਤ ਲਗਾਉਂਦੇ ਹੋ, ਜਿਹੜੀ ਤੁਸੀਂ ਬੈਠਕ ਕਰਦੇ ਹੋ, ਜਿਹੜੀ ਇਹ ਕਵੀ ਸਭਾਵਾਂ ਕਰਦੇ ਹੋ। ਦੇਖੋ ਕਰੋਨਾ ਦੇ ਸਮੇਂ ਦੇ ਵਿੱਚ ਵੀ ਇਸ ਸਮੇਂ ਇੰਨਾ ਜ਼ਿਆਦਾ ਸੰਪਰਕ ਬਣਾਈ ਰੱਖਣਾ ਜਿਹੜਾ ਹੈ, ਪੁਰਾਣੇ ਵੇਲੇ ਅਸੀਂ ਸੁਣਦੇ ਹੁੰਦੇ ਸੀ ਟੈਲੀਪੈਥੀ ਹੁੰਦੀ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਚੜ੍ਹਾਈ ਕੀਤੇ ਨੇ ਨਾ, ਬਹੁਤ ਵੱਡੇ ਕਵੀ ਹੋਏ ਨੇ, ਤੇ ਉਦੋਂ ਕਹਿੰਦੇ ਨੇ ਕੁਮਾਰਹੱਟੀ ਸੋਲਨ ਦੇ ਕੋਲ ਇੱਕ ਜਗ੍ਹਾ ਹੈ ਕੁਮਾਰਹੱਟੀ, ਭਾਈ ਰਣਧੀਰ ਸਿੰਘ ਜੀ ਉੱਥੇ ਉਦੋਂ ਕੀਰਤਨ ਸਮਾਗਮ ਚੱਲਦੇ ਪਏ ਸਨ, ਤੇ ਉੱਥੇ ਕੁਮਾਰਹੱਟੀ ਭਾਈ ਸਾਹਿਬ ਨੇ ਆਪਣੇ ਸੰਗੀਆਂ ਸਾਥੀਆਂ ਨੂੰ ਕਿਹਾ ਕਿ ਉੱਠ ਕੇ ਵੀ ਅਰਦਾਸ ਕਰੋ। ਸਾਰੇ ਕਹਿੰਦੇ ਭਾਈ ਸਾਹਿਬ ਜੀ ਕਾਹਦੀ ਅਰਦਾਸ ਕਰੀਏ? ਕਹਿੰਦੇ ਕੋਈ ਬਹੁਤ ਹੀ ਪਹੁੰਚੀ ਰੂਹ ਜਿਹੜੀ ਹੈ ਨਾ ਰੱਬੀ ਰੰਗ ਵਿੱਚ ਰੰਗੀ ਹੋਈ, ਉਹ ਪਰਲੋਕ ਸਿਧਾਰ ਗਈ ਹੈ, ਅਕਾਲ ਚਲਾਣਾ ਕਰ ਗਈ ਹੈ। ਤੋ ਉਦੋਂ ਪ੍ਰੋਫੈਸਰ ਪੂਰਨ ਸਿੰਘ ਅਕਾਲ ਚਲਾਣਾ ਕਰ ਗਏ ਸਨ। ਇਹ ਟੈਲੀਪੈਥੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਭਾਈ ਰਣਧੀਰ ਸਿੰਘ ਦੀਆਂ ਕਵਿਤਾਵਾਂ ਦੇ ਵਿੱਚੋਂ, ਲੇਖਾਂ ਦੇ ਵਿੱਚੋਂ, ਉਹਨਾਂ ਦੇ ਸੰਗੀਆਂ ਸਾਥੀਆਂ ਦੀਆਂ ਕਿਤਾਬਾਂ ਚੋਂ ਸਾਨੂੰ ਮਿਲਦੀਆਂ ਨੇ। ਗੁਰੂ ਇਤਿਹਾਸ ਵਿੱਚੋਂ ਵੀ ਬਹੁਤ ਕੁਝ ਮਿਲਦਾ। ਆਮ ਜੀਵਨ ਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ ਕਿ ਟੈਲੀਪੈਥੀ ਵੀ ਕੰਮ ਕਰਦੀ ਹੈ। ਪਰ ਇਹ ਹੁਣ ਵਿਗਿਆਨ ਨੇ ਖੋਜ ਕਰਕੇ ਟੈਲੀਪੈਥੀ ਨੂੰ ਇੱਕ ਯਥਾਰਥ ਦੇ ਵਿੱਚ ਬਦਲ ਦਿੱਤਾ ਹੈ। ਔਰ ਇਹ ਜੋ ਬੇਤਾਰ ਜੋ ਇਹ ਸੰਪਰਕ ਹੈ, ਇਹਦੇ ਰਾਹੀਂ ਤੁਸੀਂ ਜ਼ੂਮ ਔਰ ਬਾਕੀ ਐਪਸ ਜਿੰਨੀਆਂ ਨੇ ਉਹਨਾਂ ਰਾਹੀਂ ਇਹ ਜੋ ਕਵੀ ਦਰਬਾਰ ਰਚਾ ਰਹੇ ਹੋ, ਤਾਂ ਉਹਦਾ ਸੱਚਮੁੱਚ ਆਨੰਦ ਜਿਹੜਾ ਉਹ ਸਾਨੂੰ ਇਸ ਮੋਬਾਈਲ ਦੇ ਰਾਹੀਂ, ਲੈਪਟਾਪ ਦੇ ਰਾਹੀਂ
ਇਹ ਸਾਨੂੰ ਡੈਸਕਟਾਪ ਦੇ ਰਾਹੀਂ ਸਾਡੇ ਤੱਕ ਪਹੁੰਚ ਰਿਹਾ ਹੈ। ਇਹ ਸ਼ਬਦ ਦੀ ਕਲਾ ਹੈ, ਇਹ ਸ਼ਬਦ ਦੀ ਕਲਾ ਹੈ, ਔਰ ਕੰਟੈਂਟ ਜਿਹੜਾ ਉਹਦੀ ਅਮੀਰੀ ਉੱਤੇ ਡਿਪੈਂਡ ਕਰਦਾ ਹੈ। ਗੁਰਮਤਿ ਕਾਵਿ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਹੀ ਜੋ ਵੰਡ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਅਗਲੇ ਪਾਸੇ ਨੂੰ ਨਹੀਂ ਹੈ, ਉਹ ਪਿਛਲੇ ਪਾਸੇ ਨੂੰ ਵੀ ਹੈ। ਜਿਹੜਾ ਅਸੀਂ ਪੜ੍ਹਦੇ ਹਾਂ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਉਹ ਅਸੀਂ ਸੱਚ ਹੋਇਆ ਇੱਥੇ ਮਹਿਸੂਸ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ 1469 ਵਿੱਚ, ਤੇ ਬਾਬਾ ਸ਼ੇਖ ਫਰੀਦ ਜੀ ਦਾ ਹੋਇਆ 1173 ਦੇ ਵਿੱਚ। ਭਗਤ ਜੈਦੇਵ ਜੀ ਵੀ ਉਸੇ ਨੇੜੇ ਤੇੜੇ ਉਹਨਾਂ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਤੇ ਉਹਨਾਂ ਦੀ ਬਾਣੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸ਼ਾਮਿਲ ਕੀਤੀ ਹੈ, ਕਿਉਂਕਿ ਉਹ ਸੱਚਮੁੱਚ ਵਿਸ਼ਵਾਸ ਰੱਖਦੇ ਸਨ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਤੇ ਉਹ ਅਸੀਂ ਸੋਦਰ ਦੇ ਸ਼ਬਦ ਵਿੱਚ ਵੀ ਇਹ ਸੁਣਦੇ ਹਾਂ ਕਿ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ। ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਕੋਈ ਨਾ ਕੋਈ ਸੰਸਾਰ ਦੇ ਵਿੱਚ ਉਸ ਨੂੰ ਹੋਰ ਬਹੁਤ ਸਾਰੇ ਜੋ ਹਨ ਪੰਛੀ ਔਰ ਪਸ਼ੂ ਔਰ ਜੀਵ ਜੰਤੂ ਪ੍ਰਾਣੀ ਔਰ ਉਹਨਾਂ ਨੂੰ ਤਾਂ ਪਾਉਣ ਪਾਣੀ ਪੈ ਸੰਤਰ ਵੀ ਜਿਹੜੇ ਨੇ ਅਕਾਲ ਪੁਰਖ ਨੂੰ ਗਾਉਂਦੇ ਲੱਗਦੇ ਸਨ। ਤਾਂ ਬਾਬਾ ਸ਼ੇਖ ਫਰੀਦ ਔਰ ਭਗਤ ਜੈਦੇਵ ਜੀ ਦੀ ਬਾਣੀ ਜਿਹੜੀ ਹੈ ਉਹ ਵੀ ਉਹਨਾਂ ਨੇ ਉੱਥੋਂ ਦੇਖ ਲਓ ਇਕੱਤਰ ਕੀਤੀ। ਬਾਕੀ ਭਗਤ ਸਾਹਿਬਾਨ ਦੀ ਬਾਣੀ ਆਈ। ਔਰ ਇਹ ਜਿਹੜੀ ਗੁਰਮਤਿ ਕਾਵਿ ਪਰੰਪਰਾ ਹੈ ਨਾ, ਇਹ ਸੱਚ ਦੀ ਖੋਜ ਦੇ ਨਾਲ ਜੁੜੀ ਹੋਈ ਹੈ। ਕਿਸੇ ਭਾਸ਼ਾ ਵਿੱਚ ਹੋਵੇ, ਕਿਸੇ ਜਗ੍ਹਾ ਤੇ ਹੋਵੇ, ਕਿਸੇ ਧਰਮ ਨਾਲ ਕਿਸੇ ਵਿਸ਼ਵਾਸ ਨਾਲ ਸੰਬੰਧਿਤ ਹੋਵੇ, ਉਸ ਦੇ ਵਿੱਚੋਂ ਸੱਚ ਨਾਲ ਜੁੜੀ ਹੋਈ ਜੋ ਕਵਿਤਾ ਹੈ, ਜੋ ਧੁਰ ਕੀ ਬਾਣੀ ਜਿਹੜੀ ਹੈ ਉਹ ਉਹਦੇ ਚੋਂ ਪੁਣ ਕੇ ਔਰ ਉਹ ਜਿਹੜੀ ਹੈ ਉਹਨੂੰ ਸੋਨੇ ਦੇ ਵਾਂਗ ਵੱਖਰੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹਦੀ ਛਤਰ ਛਾਇਆ ਜਿਹੜੀ ਹੈ, ਜਦੋਂ ਅਸੀਂ ਕਹਿੰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ, ਗੁਰਬਾਣੀ ਦੀ ਛਤਰ ਛਾਇਆ ਹੈ, ਇਹ ਜਿੰਨਾ ਗੁਰਮਤਿ ਕਾਵਿ ਹੈ ਉਹ ਸਾਰਾ ਗੁਰਬਾਣੀ ਦੀ ਛਤਰ ਛਾਇਆ ਦੇ ਵਿੱਚ ਹੈ। ਕੋਈ ਵੀ ਗੱਲ ਜਿਹੜੀ ਹੈ ਉਹ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਜਾਂ ਉਹਦੇ ਖਿਲਾਫ ਜਾਂਦੀ ਹੋਵੇ, ਉਹਨੂੰ ਗੁਰਮਤਿ ਕਾਵਿ ਦੇ ਅੰਤਰਗਤ ਅਸੀਂ ਨਹੀਂ ਲੈ ਸਕਦੇ। ਹਾਂ, ਉਹ ਸ਼ਰਧਾ ਦੇ ਤੌਰ ਤੇ, ਵਿਸ਼ਵਾਸ ਦੇ ਤੌਰ ਤੇ ਜਾਂ ਹੋਰ ਸਾਹਿਤ ਦੇ ਰੂਪ ਦੇ ਤੌਰ ਤੇ ਅਸੀਂ ਉਹਨੂੰ ਪ੍ਰਵਾਨ ਕਰ ਸਕਦੇ ਹਾਂ। ਤੋ ਗੁਰਬਾਣੀ ਜਿਹੜੀ ਹੈ ਉਹ ਕਾਵਿ ਰੂਪ ਹੈ। ਇਹਦੇ ਉਦੋਂ ਨਾਲ ਹੀ ਜਿਹੜਾ ਨਾ ਗੁਰਮਤਿ ਕਾਵਿ ਉਹ ਆਪਣਾ ਰੂਪ ਲੈਣ ਲੱਗ ਗਿਆ ਸੀਗਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ, ਉਹ ਤੁਹਾਨੂੰ ਹਰ ਜੋ ਕਵੀ ਹੈ, ਵੀਰ ਭੈਣ, ਬੱਚਾ, ਵਿਦਿਆਰਥੀ, ਟੀਚਰ, ਕੋਈ ਵੀ ਹੈ, ਉਹਨਾਂ ਨੂੰ ਤੁਹਾਨੂੰ ਦੱਸਿਆ ਵੀ ਸੀ ਅੱਗੇ ਅਨੰਦਪੁਰ ਸਾਹਿਬ ਵਿਖੇ ਵੀ ਕਿ ਤੁਹਾਡੇ ਕੋਲ ਜਿਹੜੀ ਨਿੱਜੀ ਲਾਇਬ੍ਰੇਰੀ ਹੈ ਉਹਦੇ ਵਿੱਚ ਕੁਝ ਸਰੋਤ ਪੁਸਤਕਾਂ ਜ਼ਰੂਰ ਚਾਹੀਦੀਆਂ ਨੇ। ਸਰੋਤ ਪੁਸਤਕਾਂ ਦੇ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਤੇ ਭਾਈ ਗੁਰਦਾਸ ਦੇ ਕਵਿਤ, ਉਹਨਾਂ ਦੀ ਟ੍ਰਾਂਸਲੇਸ਼ਨ ਅੱਜ ਕੱਲ੍ਹ ਮਿਲ ਜਾਂਦੀ ਹੈ, ਸਟੀਕ ਵੀ ਮਿਲ ਜਾਂਦੇ ਨੇ। ਉਹਦਾ ਅਧਿਐਨ ਕਰਨਾ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਨੇ ਉਹਨਾਂ ਨੂੰ ਇੱਕੋ ਬੈਠਕ ਵਿੱਚ ਬਹਿ ਕੇ ਤੇ ਉਹਨੂੰ ਪੜ੍ਹ ਛੱਡਣਾ ਨਾ। ਤੁਸੀਂ 5 ਕਿਤਾਬਾਂ ਜਿਹੜੀਆਂ ਨੇ ਇੱਕ ਵੇਲੇ ਤੁਸੀਂ ਉਹਨੂੰ ਜਾਰੀ ਰੱਖੋ। ਜਿਵੇਂ ਰੋਟੀ ਖਾਂਦੇ ਹੋ ਨਾ, ਅੱਜ ਕੱਲ੍ਹ ਥਾਲ ਮਿਲ ਜਾਂਦੇ ਨੇ, ਗੁਰਦੁਆਰਾ ਸਾਹਿਬ ਵਿੱਚ ਵੀ ਥਾਲ ਆਪਾਂ ਨੂੰ ਮਿਲਣ ਲੱਗ ਗਏ ਨੇ ਜਿਹਦੇ 5-6 ਖਾਨੇ ਹੁੰਦੇ ਨੇ। ਇੱਕ ਦੇ ਵਿੱਚ ਰਾਇਤਾ, ਇੱਕ 'ਚ ਦਾਲ, ਇੱਕ 'ਚ ਸਬਜ਼ੀ, ਇੱਕ 'ਚ ਅਚਾਰ, ਇੱਕ 'ਚ ਮਿੱਠਾ, ਇੱਕ 'ਚ ਪ੍ਰਸ਼ਾਦੇ ਰੱਖਦੇ ਹੋ ਨਾ ਇਸ ਤਰ੍ਹਾਂ। ਤੋ ਜਿਹੜਾ ਸਾਹਿਤ ਦਾ ਵਿਦਿਆਰਥੀ ਹੈ ਨਾ, ਉਹਨੂੰ ਵੀ ਇਸ ਤਰ੍ਹਾਂ 6 ਥਾਲੀਆਂ ਵਾਲਾ ਆਪਣਾ ਇੱਕ ਜਿਹੜਾ ਨਾ ਥਾਲ ਰੱਖ ਲੈਣਾ ਚਾਹੀਦਾ, 6 ਖਾਨਿਆਂ ਵਾਲਾ। ਉਹਨਾਂ ਦੇ ਵਿੱਚ ਤੁਸੀਂ ਇੱਕ ਰੱਖੋ ਬਾਣੀ ਦਾ ਅਧਿਐਨ ਪ੍ਰਮੁੱਖ ਜਿਹੜਾ ਨਾਲ। ਦੂਜੇ ਨੰਬਰ ਤੇ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਤੇ ਜੋ ਇਹ ਸਰੋਤ ਨੇ ਗੁਰਮਤਿ ਦੇ, ਉਹ ਰੱਖ ਲਓ। ਤੀਜੇ ਦੇ ਸਥਾਨ ਦੇ ਉੱਤੇ ਤੁਸੀਂ ਰੱਖ ਲਓ ਜਿਸ ਤਰ੍ਹਾਂ ਸਾਹਿਤ ਦੇ ਜਿਹੜੇ ਨੇ ਵੱਖਰੇ ਵੱਖਰੇ ਚੈਪਟਰ ਨੇ, ਵਿਸ਼ੇ ਨੇ ਜਿਹੜੇ ਜਿਹਦੇ ਵਿੱਚ ਸਾਹਿਤ ਆਲੋਚਨਾ ਆ ਜਾਂਦੀ ਹੈ, ਸਾਹਿਤਕ ਆਲੋਚਨਾ ਦੇ ਸਿਧਾਂਤ। ਜਿਨ੍ਹਾਂ ਨੇ ਤਾਂ MA ਪੰਜਾਬੀ, MA ਹਿੰਦੀ, MA ਅੰਗਰੇਜ਼ੀ ਜਾਂ MA ਕੋਈ ਸੰਸਕ੍ਰਿਤ ਪੜ੍ਹੀ ਹੋਈ ਹੈ, ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਵੈਸੇ ਹੀ ਸਮਝ ਆ, ਉਹਨਾਂ ਕੋਲ ਪੁਸਤਕਾਂ ਹੁੰਦੀਆਂ ਹੀ ਨੇ। ਜਿਹੜੇ ਵਿਦਿਆਰਥੀ ਇਹ ਸਾਰੀਆਂ ਚੀਜ਼ਾਂ ਅਜੇ ਡੀਪਲੀ ਨਹੀਂ ਪੜ੍ਹੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਪਾਠ ਪੁਸਤਕਾਂ ਮਿਲ ਜਾਂਦੀਆਂ ਨੇ, ਟੈਕਸਟ ਬੁੱਕਸ ਮਿਲ ਜਾਂਦੀਆਂ ਨੇ ਜਾਂ ਹੈਲਪ ਬੁੱਕਸ ਮਿਲ ਜਾਂਦੀਆਂ ਨੇ, ਉਹ ਤੁਸੀਂ ਲੈ ਸਕਦੇ ਹੋ। ਉਹਨਾਂ ਨੂੰ ਉਹਦੇ ਵਿੱਚ ਖਾਸ ਤੌਰ ਤੇ ਜੋ ਅਰਸਤੂ ਦਾ ਕਾਵਿ ਸ਼ਾਸਤਰ ਹੈ,
ਲੌਂਜਾਈਨਸ ਦਾ ਉਦਾਤ ਸਾਹਿਤ ਬਾਰੇ ਹੈ, ਔਨ ਦਾ ਸਬਲਾਈਮ ਨੂੰ ਕਹਿੰਦੇ ਨੇ, ਔਨ ਦਾ ਸਬਲਾਈਮ। ਇਸੇ ਤਰ੍ਹਾਂ ਬਹੁਤ ਸਾਰੀਆਂ ਕਾਵ ਸ਼ਾਸਤਰ ਦੀਆਂ, ਕਾਵ ਸਿਧਾਂਤ ਦੀਆਂ ਪੁਸਤਕਾਂ ਮਿਲ ਜਾਂਦੀਆਂ ਨੇ। ਫਿਰ ਕੁਝ ਪੁਸਤਕਾਂ ਹੈਗੀਆਂ ਨੇ ਲਿੰਗੁਇਸਟਿਕ ਦੀਆਂ, ਜਿਹਦੇ ਵਿੱਚ ਭਾਸ਼ਾ ਵਿਗਿਆਨ ਦੀਆਂ ਪੁਸਤਕਾਂ ਨੇ। ਮਤਲਬ ਮੇਰਾ ਕਹਿਣ ਦਾ ਵੀ ਜਿਹੜੀ ਕਾਵ ਸਿਧਾਂਤ, ਕਾਵ ਸ਼ਾਸਤਰ, ਭਾਸ਼ਾ ਵਿਗਿਆਨ ਨਾਲ ਸੰਬੰਧਿਤ ਪੁਸਤਕਾਂ ਨੇ, ਉਹਨਾਂ ਵਿੱਚੋਂ ਇੱਕ ਅੱਧਾ ਚੈਪਟਰ ਜਿਹੜਾ ਤੁਸੀਂ 2 ਚੈਪਟਰ ਉਹ ਹਫਤੇ ਦੇ ਵਿੱਚ ਉਹ ਇੱਕ ਅੱਧਾ ਉਹ ਪੜ੍ਹ ਛੱਡਿਆ ਨਾਲ। ਫਿਰ ਬਹੁਤ ਸਾਰੀ ਜੋ ਕਵੀ ਨੇ, ਕਵੀਆਂ ਦੀਆਂ ਕਿਤਾਬਾਂ ਜਿਹੜੀਆਂ ਤੁਹਾਨੂੰ ਸਸਤੀਆਂ ਮਿਲ ਜਾਂਦੀਆਂ ਨੇ। ਕਈ ਕਵੀ ਨੇ ਨਾ, ਉਹਨਾਂ ਦੀਆਂ ਕਿਤਾਬਾਂ ਪੁਰਾਣੀਆਂ ਭਾਸ਼ਾ ਵਿਭਾਗ ਦੇ ਦਫ਼ਤਰਾਂ 'ਚ ਪਈਆਂ ਹੋਈਆਂ ਨੇ, ਔਰ ਕਈ ਕਾਵ ਸੰਗ੍ਰਹਿ ਮਿਲ ਜਾਂਦੇ ਨੇ। ਜਿਹੜੀ ਚੀਜ਼ ਤੁਹਾਨੂੰ ਸਸਤੀ ਮਿਲ ਜਾਏ ਤੇ ਤੁਹਾਨੂੰ ਲੱਗੇ ਵੀ ਇਹ ਬਹੁਤ ਵਧੀਆ ਹੈ, ਉਹ ਤੁਸੀਂ ਇੱਕਦਮ ਖਰੀਦ ਲਓ। ਤੇ ਬਹੁਤ ਜ਼ਿਆਦਾ ਪੈਸੇ ਜਿਹੜੇ ਨੇ ਬ੍ਰਾਂਡਡ ਕੱਪੜਿਆਂ ਉੱਤੇ ਨਾ ਖਰਚੋ। ਬ੍ਰਾਂਡਡ ਕੱਪੜੇ ਬਹੁਤੇ ਜਿਹੜੇ ਨੇ ਉਹਨਾਂ ਨਾਲ ਕੋਈ ਬਹੁਤ ਬੰਦਾ ਸੋਹਣਾ ਨਹੀਂ ਲੱਗਦਾ। ਤੁਸੀਂ ਮੀਡੀਅਮ ਜਿਹੇ ਕੱਪੜੇ ਪਾਓ, ਸਾਫ਼ ਸੁਥਰੇ, ਔਰ ਮੈਚਿੰਗ ਕਰਕੇ ਪਾਓ ਭਾਵੇਂ, ਲੇਕਿਨ ਪੈਸੇ ਜਿਹੜੇ ਨੇ ਉਹ ਕਵੀ ਸੱਜਣਾ ਨੂੰ, ਲੇਖਕਾਂ ਨੂੰ ਕਿਤਾਬਾਂ ਦੇ ਵਾਸਤੇ ਜ਼ਰੂਰ ਰੱਖਣੇ ਚਾਹੀਦੇ ਨੇ। ਤੇ ਜਿਹਦੇ ਕੋਲ ਕਿਤਾਬਾਂ ਹੋਣਗੀਆਂ ਉਹ ਉਹਨਾਂ ਅਮੀਰ ਹੋਏਗਾ, ਤੇ ਉਹ ਕਵੀ ਲੇਖਕ ਉਹਦੀ ਕਵਿਤਾ ਦੇ ਵਿੱਚ ਉਹ ਰੰਗ ਸਾਰੇ ਜਿਹੜੇ ਨੇ ਉਹ ਭਰ ਕੇ ਆ ਜਾਣਗੇ। ਤੋਂ ਭਾਈ ਗੁਰਦਾਸ ਵਾਰਾਂ, ਕਵਿਤ, ਤੇ ਇਹਦੇ ਵਿੱਚੋਂ ਸਾਨੂੰ ਸਿੱਖ ਸੱਭਿਆਚਾਰ, ਸਮਾਜਿਕ ਸੱਭਿਆਚਾਰਕ ਸੱਚਾਈਆਂ ਮਿਲਦੀਆਂ ਨੇ। ਭਾਈ ਨੰਦ ਲਾਲ ਜੀ ਦੀ ਰਚਨਾ ਮੇਰੇ ਕੋਲ ਇੱਕ ਪੁਸਤਕ ਹੈ, ਭਾਈ ਨੰਦ ਲਾਲ ਜੀ ਦੀ। ਦੇਖੋ ਇਹ ਸਟੀਕ ਹੈ ਪੁਰਾਣੇ ਵੇਲੇ ਦਾ। ਇਹ ਪੰਡਤ ਨਰੈਣ ਸਿੰਘ ਜੀ ਗਿਆਨੀ, ਇਹ ਲਾਹੌਰ ਵਾਲੇ, ਇਹਨਾਂ ਦਾ ਭਾਈ ਨੰਦ ਲਾਲ ਜੀ ਦਾ ਵਾਰਾ ਜਿਹੜੀਆਂ ਗਜ਼ਲਾਂ ਨੇ ਉਹਨਾਂ ਦਾ ਸਟੀਕ ਹੈਗਾ। ਤੋ ਇਹ ਤੁਸੀਂ, ਇਹ ਜਿਹੜੀਆਂ ਨੇ ਪੁਸਤਕਾਂ ਬਹੁਤ ਸਾਰੀਆਂ ਮੇਰੇ ਕੋਲ ਹੋਰ ਵੀ ਨੇ, ਸਮਾਂ ਆਪਣੇ ਕੋਲ ਇੰਨਾ ਨਹੀਂ ਹੈ ਵੀ ਆਪਾਂ ਸਾਰੀ ਡਿਟੇਲ ਵਿੱਚ ਵਿਚਾਰ ਕਰੀਏ। ਇਹ ਜਿਹੜਾ 1725 ਤੱਕ ਦਾ ਜੋ ਹੈ ਨਾ, ਦਸਮ ਗ੍ਰੰਥ ਦੇ ਨਾਲ ਸੰਬੰਧਿਤ ਜੋ ਰਚਨਾਵਾਂ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਔਰ ਜਿਸ ਤਰ੍ਹਾਂ ਬਹੁਤ ਸਾਰਾ ਸਾਹਿਤ ਦੇ ਬਾਰੇ ਅੱਜ ਵੀ ਆ ਰਿਹਾ ਵੀ ਉਹਦੇ ਵਿੱਚੋਂ ਬਹੁਤ ਸਾਰੀਆਂ ਰਚਨਾਵਾਂ, ਬਹੁਤ ਸਾਰੇ ਉਹਦੇ ਹਿੱਸੇ ਨੇ, ਉਹ ਤੁਹਾਨੂੰ ਸਮੇਂ-ਸਮੇਂ ਤੇ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ। ਤੇ ਰਹਿਤਨਾਮੇ ਨੇ ਬਹੁਤ ਸਾਰੇ, ਭਾਈ ਗੁਰਦਾਸ ਦੂਜੇ, ਉਹਨਾਂ ਦੀ ਰਚਨਾ ਹੈ ਜਿਹੜੀ ਕਿ ਅੰਮ੍ਰਿਤ ਕੀਰਤਨ ਪੋਥੀ 'ਚ ਵੀ ਮਿਲ ਜਾਂਦੀ ਹੈ। ਫਿਰ 1857 ਤੱਕ ਦਾ ਜਿਹੜਾ ਸਾਹਿਤ ਹੈ, ਪਰਚੀਆਂ, ਸੇਵਾਦਾਸ, 18ਵੀਂ ਸਦੀ ਦੇ ਕਾਵ ਰੂਪ ਜਿੰਨੇ ਨੇ, ਗੁਰਬਿਲਾਸ ਨੇ, ਭੱਟ ਵਈਆਂ ਨੇ, ਸੰਤ ਪ੍ਰਕਾਸ਼ ਹੈ, ਸੂਰਜ ਪ੍ਰਕਾਸ਼ ਹੈ, ਸ਼ਾਹ ਮੁਹੰਮਦ ਹੈ। ਇਹਦੇ ਬਾਰੇ ਸਾਰਾ ਡਿਟੇਲ 'ਚ ਅਧਿਐਨ ਨਹੀਂ ਕੀਤਾ ਜਾ ਸਕਦਾ, ਪਰ ਇਹਨਾਂ ਦੇ ਬਾਰੇ ਜੋ ਵਿਦਵਾਨਾਂ ਨੇ ਲਿਖਿਆ, ਇਹਨਾਂ ਦਾ ਕਰਕਸ ਹੈ ਜੋ, ਉਹ ਤੁਸੀਂ ਗੂਗਲ 'ਚੋਂ ਵੀ ਮਿਲ ਸਕਦਾ ਤੁਹਾਨੂੰ, ਤੇ ਕਈ ਪੁਸਤਕਾਂ 'ਚੋਂ ਵੀ ਮਿਲ ਸਕਦਾ। ਤੇ ਮੈਂ ਬੇਨਤੀ ਕਰਾਂਗਾ ਡਾਕਟਰ ਜਾਚਕ ਸਾਹਿਬ ਜੀ ਨੂੰ ਕਿ ਇਹ ਜਿਹੜੇ ਸਰੋਤ ਨੇ ਗੁਰਮਤਿ ਸਿਧਾਂਤਾਂ ਦੇ, ਕਾਵ ਸ਼ਾਸਤਰ ਦੇ, ਇਹਨਾਂ ਦੇ ਕੁਝ ਨੋਟਸ ਵੀ ਤਿਆਰ ਕਰਕੇ ਵਿਦਵਾਨਾਂ ਤੋਂ ਲਿਖਵਾ ਕੇ, ਜਾਂ ਜਿਹੜੇ ਆਲਰੇਡੀ ਸਾਨੂੰ ਪੁਸਤਕਾਂ ਵਿੱਚ ਮਿਲਦੇ ਨੇ, ਜਿਹੜੇ ਉਹ ਜ਼ਰੂਰੀ ਸਮਝਣ, ਉਹ ਬੰਚ ਬਣਾ ਕੇ ਇਹਨਾਂ ਨੂੰ ਸਾਲ 'ਚ ਇੱਕ ਵਾਰ ਨਵੇਂ ਨੋਟਸ ਜ਼ਰੂਰ 50-100 ਪੰਨੇ ਦਾ ਖਰਚਾ ਹੈ ਉਹ ਜਿਹੜਾ ਕਵੀ ਸੱਜਣ ਹੈ ਉਹ ਦੇ ਦੇਵੇ, ਜਾਂ ਉਹ ਸਪਾਂਸਰ ਕਰਾ ਲਿਆ ਜਾਵੇ। 1857 ਤੋਂ ਬਾਅਦ ਨਾ ਇੱਕ ਚੇਂਜ ਆਈ ਬਹੁਤ ਵੱਡੀ। ਜਿਸ ਤਰ੍ਹਾਂ ਇਸਲਾਮ, ਮੁਗਲਾਂ ਦੇ ਆਉਣ ਦੇ ਨਾਲ ਸੂਫੀ ਮਤ ਆ ਗਿਆ, ਔਰ ਸੂਫੀ ਮਤ, ਉਸ ਤੋਂ ਪਹਿਲਾਂ ਬੁੱਧ ਧਰਮ ਸੀ, ਫਿਰ ਸਾਡੇ 'ਚ ਆਰੀਆ ਸਮਾਜ, ਵੇਦ ਸ਼ਾਸਤਰ ਤਾਂ ਸੀਗਾ ਹੀ ਨਾ, ਆਰੀਆ ਸਮਾਜ ਤਾਂ ਹੁਣ ਆਇਆ ਪਿੱਛੇ ਜੇ। ਬ੍ਰਿਟਿਸ਼ ਰੂਲ ਦੇ ਆਉਣ ਦੇ ਨਾਲ ਨਵੀਆਂ ਵੰਗਾਰਾਂ ਆਈਆਂ ਕ੍ਰਿਸਚੀਅਨਿਟੀ ਦੇ ਪ੍ਰਚਾਰ ਸੰਚਾਰ ਲਈ, ਤੇ ਇੱਥੋਂ ਦਾ ਧਰਮ ਸਟੱਡੀ ਕਰਨ ਦੇ ਲਈ ਉਹਨਾਂ ਦੇ ਨਾਲ ਪ੍ਰੀਸਟ ਆਏ, ਬੜੇ ਵਿਦਵਾਨ ਆਏ, ਔਰ ਐਜੂਕੇਸ਼ਨਿਸਟ ਆਏ। ਉਹਨਾਂ ਨੇ ਸਾਰਾ ਕੁਝ ਉੱਥੇ ਆ ਕੇ ਸ਼ੁਰੂ ਕੀਤਾ। ਉਹਦੇ ਵਿੱਚੋਂ ਤੁਸੀਂ ਬਹੁਤ ਸਾਰੇ ਅੰਗਰੇਜ਼ ਜਿਹੜੇ ਵਿਦਵਾਨ ਨੇ ਉਹ ਬਣ ਗਏ, ਇੱਕ ਕਿਸਮ ਦੇ ਸਿੱਖ ਹੀ ਬਣ ਗਏ। ਮੈਕੌਲਫ ਜਿਹੜਾ ਹੈ ਬਹੁਤ ਚੰਗੇ ਤੋਂ ਚੰਗੇ, ਸਿੱਖ ਨਾਲੋਂ ਵੀ ਚੰਗਾ ਜਿਹੜਾ ਵਿਦਵਾਨ ਉਹਨੂੰ ਮੰਨਿਆ ਜਾਂਦਾ ਹੈ। ਔਰ ਕ੍ਰਿਸਚੈਨਿਟੀ ਦੇ ਪ੍ਰਚਾਰ ਸੰਚਾਰ ਦੇ ਨਾਲ ਉਹਨਾਂ ਨੇ ਇੱਥੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਅੰਗਰੇਜ਼ੀ ਸਾਹਿਤ ਦੇ ਕਈ ਰੂਪ ਆਏ, ਔਰ ਉਹਦੇ ਵਿੱਚ ਅਸੀਂ ਦੇਖਿਆ ਵੀ ਨਵੀਆਂ ਲਹਿਰਾਂ ਚੱਲੀਆਂ। ਸਿੰਘ ਸਭਾ ਲਹਿਰ ਚੱਲੀ, ਔਰ ਆਰੀਆ ਸਮਾਜ ਲਹਿਰ ਚੱਲੀ, ਔਰ ਮੁਸਲਿਮ ਲੀਗ ਆਈ, ਬਹੁਤ ਸਾਰੇ ਹੋਰ ਸਮਾਜ ਸੁਧਾਰ ਦੀਆਂ ਲਹਿਰਾਂ ਚੱਲੀਆਂ। ਉਹਦੇ ਚੋਂ ਸਿੰਘ ਸਭਾ ਲਹਿਰ ਚੱਲੀ। ਭਾਈ ਵੀਰ ਸਿੰਘ ਇਸ ਯੁੱਗ ਦੇ ਨਵੇਂ ਪੰਜਾਬੀ ਸਾਹਿਤ ਦੇ ਇੱਕ ਉਹਨਾਂ ਨੇ ਨਵਾਂ ਯੁੱਗ ਸ਼ੁਰੂ ਕੀਤਾ, ਔਰ ਉਹਦੇ ਨਾਲ ਚਰਨ ਸਿੰਘ ਸ਼ਹੀਦ, ਉਹਨਾਂ ਦੇ ਨਾਲ ਧਨੀ ਰਾਮ ਚਾਤਰਕ, ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਜੋ ਪ੍ਰੋਫੈਸਰ ਪੂਰਨ ਸਿੰਘ, ਇਹ ਸਾਰੇ ਕਵੀ ਸਾਹਿਬਾਨ ਜਿਹੜੇ ਨੇ ਇਹ ਸਾਹਮਣੇ ਆਏ। ਭਾਈ ਵੀਰ ਸਿੰਘ ਦਾ ਯੋਗਦਾਨ ਆਪਣੇ ਆਪ 'ਚ ਬਹੁਤ ਵੱਡਾ ਹੈ। ਉਹਨਾਂ ਦੀ ਰਚਨਾਵਲੀ ਇਕੱਠੀ ਭਾਸ਼ਾ ਭਾਗ ਵੱਲੋਂ ਮਿਲ ਜਾਂਦੀ ਹੈ।
ਧਨੀ ਰਾਮ ਚਾਤਰਿਕ ਦੀ ਵੀ ਵੱਖਰੀ ਰਚਨਾਵਲੀ ਜਿਹੜੀ ਮਿਲ ਜਾਂਦੀ ਹੈ। ਭਾਈ ਵੀਰ ਸਿੰਘ ਉਹਨਾਂ ਦੇ ਉਸਤਾਦ ਸਨ। ਪ੍ਰੋਫੈਸਰ ਪੂਰਨ ਸਿੰਘ ਵੀ ਭਾਈ ਵੀਰ ਸਿੰਘ ਉਹਨਾਂ ਦੇ ਹੀ ਵਰਸਾਏ ਹੋਏ ਸਨ। ਤੋ ਇਸ ਤੋਂ ਬਾਅਦ ਜਿਹੜੇ ਕਵੀ ਸੱਜਣ ਨੇ ਬਹੁਤ ਤੇਜ਼ੀ ਦੇ ਨਾਲ ਪੰਜਾਬੀ ਸਾਹਿਤ ਦਾ ਜਿਹੜਾ ਵਿਸਥਾਰ ਹੁੰਦਾ 1947 ਤੱਕ ਇੱਕ ਦੌਰ ਚੱਲਦਾ ਹੈ। ਉਸ ਤੋਂ ਬਾਅਦ ਫਿਰ ਪ੍ਰਗਤੀਸ਼ੀਲ ਲਹਿਰ ਦੀ ਜਿਹੜੀ ਇਹ ਸ਼ੁਰੂਆਤ 1935 ਵਿੱਚ ਜਿਹੜੀ ਹੋਈ ਸੀ, ਉਹਦੇ ਨਾਲ ਫਿਰ ਕੁਛ ਮਾਰਕਸਵਾਦ ਦਾ ਪ੍ਰਭਾਵ ਜਿਹੜਾ ਉਹ ਪਿਆ, ਔਰ ਗੁਰਮਤ ਕਾਵ ਜਿਹੜਾ ਕੁਝ ਥੋੜਾ ਜਿਹਾ ਉਹਦੇ ਨਾਲ ਉਹ ਪਛੜਿਆ। ਔਰ ਇੱਕ ਉਹਨਾਂ ਦੀ ਕਹਿ ਲਓ ਕਿ ਕੰਮ ਅਕਲੀ ਦੇ ਕਰਕੇ ਬਹੁਤ ਸਾਰੇ ਜੋ ਲੈਫਟਿਸਟ ਜੋ ਵਿਦਵਾਨ ਸੀਗੇ, ਉਹਨਾਂ ਨੇ ਇਹ ਸੋਚਿਆ ਵੀ ਗੁਰਮਤ ਜਿਹੜੀ ਹੈ ਨਾ, ਇਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਅੱਜ ਵੀ ਕਈ ਵੱਡੇ ਵੱਡੇ ਕਵੀ ਇਸ ਮਨ ਦੇ ਵਿੱਚ ਸੋਚਦੇ ਨੇ, ਉਹ ਦੇਖਦੇ ਨੇ ਵੀ ਇੰਨਾ ਅਸੀਂ ਜ਼ੋਰ ਲਾਇਆ, ਇੰਨਾ ਅਸੀਂ ਸਨਮਾਨ ਲਏ ਨੇ, ਇੰਨਾ ਕੁਝ ਕੀਤਾ ਹੈ, ਲੋਕੀ ਫੇਰ ਬਾਣੀ ਪੜ੍ਹੀ ਜਾਂਦੇ ਨੇ, ਲੋਕੀ ਫੇਰ ਭਾਈ ਵੀਰ ਸਿੰਘ ਪੜ੍ਹੀ ਜਾਂਦੇ ਨੇ, ਲੋਕੀ ਫੇਰ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹੀ ਜਾਂਦੇ ਨੇ, ਵੀ ਇਹ ਕੀ ਗੱਲ ਹੈ। ਉਹ ਗੱਲ ਜਿਹੜੀ ਹੈ ਤੁਹਾਨੂੰ ਸਮਝ ਆਏਗੀ ਜਦੋਂ ਤੁਸੀਂ 2 ਕਿਤਾਬਾਂ ਪੜ੍ਹੋਗੇ, ਅਰਸਤੂ ਦਾ ਕਾਵਿ ਸ਼ਾਸਤਰ ਤੇ ਲੌਂਜਾਈਨਸ ਦਾ ਔਨ ਦਾ ਸਬਲਾਈਮ। ਉਹ ਪੜ੍ਹੋਗੇ ਤਾਂ ਉਦਾਤ ਸਾਹਿਤ ਬਾਰੇ ਤੁਹਾਨੂੰ ਆਏਗਾ। ਉਤਕ੍ਰਿਸ਼ਟ ਸਾਹਿਤ ਹੈ ਨਾ, ਜਿਹੜਾ ਸਬਲਾਈਮ ਲਿਟਰੇਚਰ ਹੈ, ਪੋਇਟਰੀ ਹੈ ਜਿਹੜੀ, ਉਹ ਤੁਹਾਨੂੰ ਉਹਦੀ ਸਮਝ ਆਏਗੀ ਵੀ ਗੁਰਮਤ ਕਾਵਿ ਦੇ ਵਿੱਚ ਖਾਸੀਅਤ ਕੀ ਚੀਜ਼ ਹੈ। ਤੋ ਉਹ ਫਿਰ 1966 ਦੇ ਵਿੱਚ ਜਦੋਂ ਇੱਥੇ ਹਰੀ ਕ੍ਰਾਂਤੀ ਆਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਸ਼ਤਾਬਦੀ ਪੁਰਬ ਮਨਾਇਆ ਗਿਆ। ਤੋ ਮੈਂ ਸਮਝਦਾ ਵੀ 1966 ਇੱਕ ਐਸਾ ਸਾਲ ਹੈ ਜਦੋਂ 300 ਸਾਲਾ ਮਨਾਇਆ ਗਿਆ, ਔਰ ਥਾਂ ਥਾਂ ਤੇ ਪੰਥਕ ਕਵੀ ਦਰਬਾਰ ਸ਼ੁਰੂ ਹੋਏ, ਔਰ ਪੰਥਕ ਕਵੀਆਂ ਨੂੰ ਨਵਾਂ ਹੁਲਾਰਾ ਮਿਲਿਆ। ਔਰ ਦਿੱਲੀ ਦੇ ਕਵੀ, ਪੰਜਾਬ ਦੇ ਕਵੀ, ਬਲਗਨ ਸਾਹਿਬ, ਤੀਰ ਸਾਹਿਬ, ਬਹੁਤ ਰਾਮ ਨਾਰਾਇਣ ਸਿੰਘ ਦਰਦੀ, ਬਹੁਤ ਇੱਕ ਲੰਬੀ ਫਰਿਸ਼ਤ ਹੈ ਕਵੀਆਂ ਦੀ, ਜਿਨ੍ਹਾਂ ਨੇ ਸਟੇਜਾਂ ਦੇ ਉੱਤੇ, ਖਾਸ ਤੌਰ ਤੇ ਲੁਧਿਆਣਾ ਕਲਗੀਧਰ ਸਿੰਘ ਸਭਾ ਜਿਹੜਾ ਹੈ ਇਹ, ਔਰ ਫਿਰ ਬੰਬੇ ਸਿੰਘ ਸਭਾ, ਇਲਾਹਾਬਾਦ ਸਿੰਘ ਸਭਾ, ਲਖਨਊ, ਦੇਹਰਾਦੂਨ ਸਿੰਘ ਸਭਾ, ਔਰ ਇਹ ਬਹੁਤ ਸਾਰੀਆਂ ਐਸੀਆਂ ਸਟੇਜਾਂ ਸੀਗੀਆਂ ਜਿੱਥੇ ਕਵੀ ਦਰਬਾਰ ਹੁੰਦੇ ਸੀ। ਪੌਂਟਾ ਸਾਹਿਬ ਦੀ ਸਟੇਜ ਜਿਹੜੀ ਹੈ ਬੜੀ ਪ੍ਰਸਿੱਧ ਮੰਨੀ ਜਾਂਦੀ ਸੀਗੀ। ਤੋ ਇਹ ਇੱਕ ਨਵੀਂ ਲਹਿਰ ਚੱਲੀ, ਔਰ ਉਹਦੇ ਵਿੱਚ 1966 ਖਾਸ ਤੌਰ ਤੇ 1969 500 ਸਾਲਾ, 1975 ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਾ 300 ਸਾਲਾ, ਔਰ ਉਸ ਤੋਂ ਬਾਅਦ ਲਗਾਤਾਰ ਜੋ ਸ਼ਤਾਬਦੀਆਂ ਦਾ ਦੌਰ ਚੱਲਿਆ, ਉਹਦੇ ਵਿੱਚ ਇਹ ਫਿਰ ਜੋ ਗੁਰਮਤ ਕਾਵਿ ਪਰੰਪਰਾ ਹੈ ਫਿਰ ਪ੍ਰਫੁੱਲਤ ਹੁੰਦੀ ਰਹੀ। ਬਹੁਤ ਜ਼ਿਆਦਾ ਸੱਟ ਜਿਹੜੀ ਹੈ ਉਹ ਗੁਰਮਤ ਕਾਵਿ ਨੂੰ ਮਾਰਨ ਲਈ ਕੀਤੀ ਗਈ। ਆਲੋਚਨਾ ਖਾਸ ਤੌਰ ਤੇ ਬਹੁਤ ਜ਼ਿਆਦਾ ਜੋ ਹੈ ਉਹ ਪ੍ਰਚਾਰ ਇਹਦੇ ਖਿਲਾਫ ਹੋਇਆ, ਪਰ ਜਿਸ ਤਰ੍ਹਾਂ ਖੜਾ ਚੰਦਰਮਾ ਆਪਣੀ ਜਗ੍ਹਾ ਤੇ ਐ ਚਮਕ ਰਿਹਾ, ਉਸੇ ਤਰ੍ਹਾਂ ਜੋ ਗੁਰਮਤ ਕਾਵਿ ਹੈ ਉਹ ਫੇਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਇਆ, ਸਿੱਖ ਫੈਡਰੇਸ਼ਨ ਨੇ ਬਹੁਤ ਜ਼ਿਆਦਾ ਯਤਨ ਕੀਤੇ, ਐਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਦੀਆਂ ਕਾਨਫਰੰਸਾਂ ਦੇ ਵਿੱਚ ਕਵੀ ਦਰਬਾਰ ਹੁੰਦੇ ਸਨ। ਤੋਂ ਇੱਕ ਨਵੀਂ ਲਹਿਰ ਚੱਲੀ, ਜਿਹਦੇ ਨਾਲ ਫੇਰ ਹਰੀ ਸਿੰਘ ਜਾਚਕ ਵਰਗੇ ਸੱਜਣ ਸਾਹਮਣੇ ਆਏ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਔਰ ਹੋਰ ਜੋ ਪੰਥਕ ਕਵੀ ਸਭਾਵਾਂ ਜਿਹੜੀਆਂ ਨੇ ਉਹ ਸਾਰੇ ਦੇਸ਼ ਦੇ ਵਿੱਚ ਦੁਬਾਰਾ ਬਣਨ ਲੱਗੀਆਂ, ਔਰ ਫਿਰ ਇਹ ਨਵਾਂ ਜੋ ਕਾਰਜ ਹੈ ਇਹ ਆਰੰਭਿਆ ਗਿਆ। ਅੱਜ ਅਸੀਂ ਇਹ ਮੰਨ ਸਕਦੇ ਹਾਂ ਕਿ ਕਵੀ ਦਰਬਾਰ ਕਰਨ ਦੇ ਲਈ ਜਾਚਕ ਸਾਹਿਬ ਨੂੰ 1 ਹਫ਼ਤਾ ਰੱਖਣਾ ਪਿਆ, 1 ਹਫ਼ਤਾ। ਉਹ ਵੀ ਇੱਕ ਕਵੀ ਇੱਕੋ ਹੀ ਕਵਿਤਾ ਸੁਣਾਏਗਾ, ਇੱਕ ਕਵੀ। ਜੇ ਤੁਸੀਂ ਇੱਕ ਕਵੀ ਨੂੰ ਕਹੋ ਵੀ 5 ਕਵਿਤਾਵਾਂ ਸੁਣਾ ਤੂੰ ਜਾਂ 10 ਕਵਿਤਾਵਾਂ ਸੁਣਾ, ਮੈਨੂੰ ਲੱਗਦਾ 1.5 ਮਹੀਨਾ ਇਹ ਕਵੀ ਦਰਬਾਰ ਹੀ ਨਹੀਂ ਮੁੱਕੇਗਾ। ਅਜੇ 2 ਘੰਟੇ ਰੱਖੇ ਨੇ, ਜੇ ਕਾਂਸਟੈਂਟ ਰੱਖਣ ਤਾਂ ਵੀ 5, 7, 10 ਦਿਨ ਇਹ ਕਵੀ ਦਰਬਾਰ ਚੱਲਦਾ ਜਾਏਗਾ। ਇੰਨਾ ਜ਼ਿਆਦਾ ਕਵੀ ਜਿਹੜੇ ਨੇ ਨੌਜਵਾਨ ਉਹ ਕਵਿਤਾਵਾਂ ਲਿਖਦੇ ਨੇ, ਭਾਵੇਂ ਉਹ ਦੂਜਿਆਂ ਦੀਆਂ ਕਵਿਤਾਵਾਂ। ਸਤਿ ਸ੍ਰੀ ਅਕਾਲ। ਚਲੋ ਹੁਣ ਮੈਂ ਸਮਾਂ ਬਹੁਤ ਘੱਟ ਗਿਆ, ਉਹਦੇ ਕਰਕੇ ਮੈਂ ਕੁਝ ਥੋੜਾ ਜਿਹਾ 2-3 ਬੇਨਤੀਆਂ ਕਰਕੇ ਫਿਰ ਖਿਮਾ ਮੰਗਾਂਗਾ ਕਿ ਇੱਕ ਤਾਂ ਸਾਨੂੰ ਕੱਲੀ ਪੰਜਾਬੀ ਦੀ ਜੋ ਕਵਿਤਾ ਹੈ ਉਹਦੇ ਨਾਲ ਸੰਬੰਧਿਤ ਹੀ ਨਹੀਂ ਰਹਿਣਾ ਚਾਹੀਦਾ। ਜਾਚਕ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅਗਲੀ ਵਾਰ ਜਾਂ ਐਸੇ ਵਾਰੀ ਪੋਸੀਬਲ ਹੋਵੇ ਕੁਝ ਹਿੰਦੀ ਦੀਆਂ ਕਵਿਤਾਵਾਂ, ਕੁਝ ਇੰਗਲਿਸ਼ ਦੀਆਂ ਕਵਿਤਾਵਾਂ ਵੀ ਜਿਹੜੀਆਂ ਲਿਖਦੇ ਨੇ ਕਵੀ ਸੱਜਣ, ਉਹ ਜ਼ਰੂਰ ਇੱਥੇ ਪੇਸ਼ ਕਰਨ। ਤੇ ਕਿਉਂਕਿ ਹਿੰਦੁਸਤਾਨ ਦੀ ਸਾਡੀ ਜੋ ਮੁੱਖ ਭਾਸ਼ਾ ਰਾਸ਼ਟਰੀ ਮੰਨੀ ਜਾਂਦੀ ਹੈ ਉਹ ਹਿੰਦੀ ਹੈ, ਤੇ ਬੱਚੇ ਜਿਹੜੇ ਨੇ ਪਬਲਿਕ ਸਕੂਲਾਂ 'ਚ ਪੜ੍ਹਨ ਵਾਲੇ ਉਹ ਬਹੁਤ ਸਾਰੇ ਇੰਗਲਿਸ਼ ਪੋਇਟਰੀ ਪੜ੍ਹਦੇ ਨੇ, ਸੁਣਦੇ ਨੇ। ਵਿਦੇਸ਼ਾਂ ਵਿੱਚ ਸਾਡੇ ਬੱਚੇ ਗਏ ਹੋਏ ਨੇ, ਇਸ ਕਰਕੇ ਇੰਗਲਿਸ਼ ਦੀ ਪੋਇਟਰੀ ਵੀ ਜਿਹੜੀ ਹੈ ਉਹਨੂੰ ਜ਼ਰੂਰ ਧਿਆਨ 'ਚ ਰੱਖੋ, ਕਿਉਂਕਿ ਜਿੰਨੀ ਇੱਕ ਡਾਕਟਰ ਪ੍ਰਿੰਸੀਪਲ ਸੁਰਿੰਦਰਜੀਤ ਸਿੰਘ ਗਿੱਲ ਨੇ ਲੁਧਿਆਣੇ,
ਉਹ ਬਹੁਤ ਉੱਚ ਪਾਏ ਦੇ ਉਹਨਾਂ ਨੇ ਬਾਣੀਆਂ ਦੇ ਸਾਰੀ ਪੋਇਟਰੀ ਦੇ ਵਿੱਚ ਟ੍ਰਾਂਸਲੇਸ਼ਨ ਕੀਤੀ ਹੈ। ਲਾਵਾਂ ਦੀ ਉਹਨਾਂ ਨੇ ਟ੍ਰਾਂਸਲੇਸ਼ਨ ਸਾਰੀ ਪੋਇਟਰੀ ਵਿੱਚ ਕੀਤੀ ਹੈ। ਜਸਵੰਤ ਸਿੰਘ ਅਮਨ ਨੇ ਇੰਗਲਿਸ਼ ਦੇ ਰਾਈਟਰ, ਉਹਨਾਂ ਨੇ ਹੁਣੇ ਪਿੱਛੇ ਜਿਹੀ ਆਨੰਦ ਸਾਹਿਬ ਦੀ ਸਾਰੀ ਬਾਣੀ ਪੋਇਟਰੀ ਦੇ ਵਿੱਚ ਕੀਤੀ ਹੈ। ਪ੍ਰੋਫੈਸਰ ਕੁਲਵੰਤ ਸਿੰਘ ਗਿੱਲ ਨੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਖਾਸ ਤੌਰ ਤੇ ਬਹੁਤ ਸਾਰੀ ਪੋਇਟਰੀ ਲਿਖੀ ਹੈ। ਹੋਰ ਬਹੁਤ ਸਾਰੇ ਕਵੀ ਨੇ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ। ਸਾਡੀ ਬੇਟੀ ਹਰਕੀਰਤਨ ਕੌਰ, ਉਹਦਾ ਵਿਜ਼ਨ ਐਂਡ ਫੋਕਸ ਬੁੱਕ ਹੈਗੀ ਹੈ, ਉਹ ਇੰਗਲਿਸ਼ ਦੀ ਪੋਇਟਰੀ ਲਿਖਦੀ ਹੈ। ਜਲਨਿਤ ਕੌਰ ਇੰਗਲਿਸ਼ ਵਿੱਚ ਲਿਖਦੀ ਹੈ। ਇਸੇ ਤਰ੍ਹਾਂ ਡਾਕਟਰ ਗਰੇਵਾਲ ਨੇ, ਉਹਨਾਂ ਦੀ ਪੋਤਰੀ ਵੀ ਜਿਹੜੀ ਹੈ ਉਹਦੀ ਇੰਗਲਿਸ਼ 'ਚ ਕਿਤਾਬ ਆਈ ਹੈ। ਤੋ ਬਹੁਤ ਸਾਰੇ ਇੰਗਲਿਸ਼ ਦੇ ਰਾਈਟਰ ਵੀ ਹੈਗੇ ਨੇ, ਹਿੰਦੀ ਦੇ ਵੀ ਨੇ। ਤੋ ਕਿਉਂਕਿ ਹਿੰਦੁਸਤਾਨ ਭਰ ਦੇ ਵਿੱਚ ਸਾਡੇ ਕਵੀ ਸੱਜਣ ਬੈਠੇ ਨੇ। ਬਰਜਿੰਦਰਪਾਲ ਸਿੰਘ ਜੀ ਲਖਨਊ ਤੋਂ ਖਾਸ ਤੌਰ ਤੇ, ਉਹ ਵੀ ਹਿੰਦੀ ਦੇ ਵਿੱਚ ਜ਼ਰੂਰ ਲਿਖਦੇ ਹੋਣਗੇ। ਦੂਸਰੀ ਗੱਲ, ਵਿਧਾਵਾਂ ਵੰਡ ਕੇ ਸਾਨੂੰ ਕੁਝ ਵਰਗੀਕਰਨ ਕਰਕੇ ਉਹਨਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ। ਵਿਧਾਵਾਂ ਦਾ ਮਤਲਬ ਰੁਬਾਈਆਂ ਦੇ ਕਵੀ ਦਰਬਾਰ ਵੱਖਰੇ ਕਰੋ। ਫਿਰ ਜਿਨ੍ਹਾਂ ਨੇ ਵਾਰਾਂ ਲਿਖੀਆਂ ਨੇ, ਨਿਮਰ ਸਾਹਿਬ ਤੇ ਨੂਰ ਸਾਹਿਬ, ਵਾਸੂ ਸਾਹਿਬ, ਇਹਨਾਂ ਸੱਜਣਾਂ ਨੂੰ ਜਿਹੜਾ ਇਹ ਵਾਰਾਂ, ਮਹਾਕਾਵ ਜਿਹੜੇ ਲਿਖ ਲੈਂਦੇ ਨੇ, ਮਹਾਕਾਵ, ਵਾਰਾਂ, ਰੁਬਾਈਆਂ ਔਰ ਜਿਹੜੇ ਗਜ਼ਲ ਲਿਖਦੇ ਨੇ, ਇਹਨਾਂ ਦੀ ਵੱਖਰੇ ਵੱਖਰੇ ਵਰਗੀਕਰਨ ਕਰਕੇ ਇਹਨਾਂ ਦੀ ਵੱਖਰੀ ਵੱਖਰੀ ਜਿਹੜੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਔਰ ਇੱਕ ਮੈਂ ਮਹਿਸੂਸ ਕੀਤਾ ਕਿ ਜਿਹੜਾ ਮੁਗਲ ਕਾਲ ਦੇ ਵੇਲੇ ਜੋ ਉਹਨਾਂ ਨੂੰ ਵਜ਼ੀਫੇ ਦਿੱਤੇ ਜਾਂਦੇ ਸਨ ਕਵੀਆਂ ਨੂੰ, ਉਹਦਾ ਨਤੀਜਾ ਇਹ ਨਿਕਲਿਆ ਕਿ ਵੱਡੇ ਵੱਡੇ ਕਵੀ ਜਿਹੜੇ ਉਹ ਬੜੇ ਪ੍ਰਸਿੱਧ ਹੋਏ। ਉਰਦੂ ਦੀ ਸ਼ਾਇਰੀ ਦੇ ਵਿੱਚ ਬੜਾ ਦਮ, ਔਰ ਕਈ ਹੋਰ ਐਸੇ ਸ਼ਹਿਰ ਨੇ ਜਿਨ੍ਹਾਂ ਦੇ ਕਵੀ ਕਵਿਤਰੀਆਂ ਜਿਹੜੀਆਂ ਨੇ ਉਹ ਦੁਬਈ ਦੇ ਵਿੱਚ ਜਾ ਕੇ ਬਹੁਤ ਵੱਡੇ ਕਵੀ ਦਰਬਾਰ ਕਰਦੀਆਂ। ਮੈਂ ਜਾਚਕ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ 400 ਸਾਲਾ ਜਿਹੜਾ ਹੈ, ਇਹ ਦੁਬਈ ਦਾ ਜਿਹੜਾ ਸਿੰਘ ਸਭਾ ਹੈ ਤੇ ਹੋਰ ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਹਾਲਾਤ ਠੀਕ ਹੋ ਜਾਣ, ਉੱਥੇ ਜਾ ਕੇ ਤੁਸੀਂ ਇਹ ਕਵੀ ਦਰਬਾਰ ਜਿਹੜੇ ਨੇ ਵੱਡੇ ਪੱਧਰ ਤੇ ਕਰੋ। ਉਹ ਫਿਰ YouTube ਦੇ ਉੱਤੇ ਤੇ ਹੋਰ ਥਾਵਾਂ ਦੇ ਉੱਤੇ ਆਣ, ਔਰ ਕਵੀ ਜਿਹੜੇ ਨੇ ਆਪਣੀਆਂ ਨਵੀਆਂ ਤਾਜ਼ੀਆਂ ਕਵਿਤਾਵਾਂ ਜਿਹੜੀਆਂ ਨੇ ਲਿਖ ਕੇ ਉਹਦੇ ਵਿੱਚ ਉਹ ਲੈ ਕੇ ਜਾਣ, ਔਰ ਸਰੋਤਾ ਜਿਹੜਾ ਉਹ ਇੰਝ ਮਹਿਸੂਸ ਕਰੇ ਵੀ ਜਿੱਥੇ ਮੈਂ ਬੈਠਾ ਹੋਇਆ ਉਹਦੇ ਥੱਲੇ ਕੋਈ ਜ਼ਲਜ਼ਲਾ ਜਿਹਾ ਆ ਗਿਆ ਹੈ, ਉੱਥੇ ਕੋਈ ਕਰੰਟ ਜਿਹਾ ਪੈਦਾ ਹੋ ਰਿਹਾ ਹੈ। ਕਿਉਂਕਿ ਵਿਧਾਤਾ ਸਿੰਘ ਤੀਰ, ਜਿਸ ਤਰ੍ਹਾਂ ਅੱਜ ਇੱਕ ਕਵਿਤਰੀ ਬੋਲ ਰਹੇ ਸਨ ਤੇ ਸਾਰਿਆਂ ਨੇ ਲਿਖਿਆ ਵੀ ਉਹਨਾਂ ਦੀ ਆਵਾਜ਼ ਦੇ ਵਿੱਚ ਸਰਸਵਤੀ ਹੈ, ਆਵਾਜ਼ ਦੇ ਵਿੱਚ ਬੜਾ ਸੋਜ਼ ਹੈ, ਔਰ ਬੜਾ ਆਨੰਦ ਉਹਦੇ ਵਿੱਚ ਆ ਰਿਹਾ ਸੀਗਾ। ਇੱਕ ਬੱਚੀ ਨੇ ਹੁਣੇ ਬੋਲੀ ਸੀ ਬਹੁਤ ਵਧੀਆ ਕਵਿਤਾ ਤਰਨਮ ਦੇ ਵਿੱਚ, ਤੋ ਮੋਬਾਈਲ ਜਿਹੜਾ ਉਹ ਵੀ ਇੰਝ ਲੱਗਦਾ ਸੀ ਜਿਸ ਵਿੱਚ ਮੋਬਾਈਲ ਨੂੰ ਬੜਾ ਆਨੰਦ ਆ ਰਿਹਾ। ਤੋ ਇਹ ਜੋ ਕਵੀ ਨੇ ਇਹਨਾਂ ਦੀਆਂ ਕਵਿਤਾਵਾਂ ਦੇ ਪੇਸ਼ਕਾਰੀ ਵਿੱਚ ਬੜਾ ਬਹੁਤ ਜ਼ਿਆਦਾ ਉਹਦੇ ਵਿੱਚ ਰਸ ਬਣਦਾ ਹੈ। ਤੋ ਮੈਂ ਪਰਮਜੀਤ ਸਿੰਘ, ਉਹਨਾਂ ਦੇ ਜੋ ਜੀਵਨ ਹੈ ਉਹਦੇ ਤੋਂ ਅਸੀਂ ਪ੍ਰੇਰਨਾ ਲੈ ਕੇ ਸਾਰੇ ਇਹ ਯਤਨ ਕਰੀਏ ਕਿ ਜਿੰਨੇ ਸਾਡੇ NRI ਲੋਕ ਨੇ ਇੱਥੋਂ ਦੇ ਹਿੰਦੁਸਤਾਨ ਦੇ ਵਿੱਚ, ਜਿੰਨੇ ਲੋਕ ਨੇ ਉਹ ਸਟੱਡੀ ਸਰਕਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਿੰਨੇ ਵੱਡੇ ਵੀਰ ਨੇ, ਜਿਹੜੇ ਸਮਰੱਥ ਲੋਕ ਨੇ, ਉਹ ਤੇ ਪਰਮਜੀਤ ਸਿੰਘ ਦੀਪ ਦੇ ਟਰਸਟ ਨਾਲ ਜੁੜੇ ਲੋਕ, ਉਹ ਏਦਾਂ ਕਰਨ ਵੀ ਜਿਹੜੇ ਵਿਦਿਆਰਥੀ ਨਾਲ ਜੀਵਨ ਭਰ ਅੱਗੋਂ ਉਸ ਕਾਵ ਰੂਪ ਨੂੰ ਸਮਰਪਿਤ ਹੋਣਾ ਚਾਹੁੰਦੇ ਨੇ, ਉਹਨਾਂ ਵਾਸਤੇ ਸਕਾਲਰਸ਼ਿਪ ਜਿਹੜੇ ਨੇ ਦਿੱਤੇ ਜਾਣ। ਤੋ ਮਹਾਰਾਜਾ ਨਾਭਾ ਨੇ ਜਿਹੜਾ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਸੀਗਾ। ਇਸੇ ਤਰ੍ਹਾਂ ਬਹੁਤ ਸਾਰੇ ਜੋ ਸਾਡੇ ਦੇਖਦੇ ਆ ਪੁਰਾਣੇ ਜੋ ਸਰਪ੍ਰਸਤ, ਜਿਹਨੂੰ ਅਸੀਂ ਕਹਿੰਦੇ ਹਾਂ ਸਰਪ੍ਰਸਤੀ ਦੇਣੀ, ਪੈਟਰਨਸ਼ਿਪ ਦੇਣੀ ਜਿਹੜੀ ਹੈ ਕਵੀਆਂ ਨੂੰ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਨਾਲ ਨਾਲ ਇਹ ਵੀ ਧਿਆਨ ਰੱਖਣਾ ਕਿ ਅਸੀਂ ਪੈਸੇ ਦੇ ਵਾਸਤੇ ਹੀ ਨਹੀਂ ਲਿਖਣਾ, ਕਿਉਂਕਿ ਅੱਜ ਕੱਲ੍ਹ ਸ਼ੋਸ਼ਣ ਦਾ ਯੁੱਗ ਹੈ। ਬਹੁਤ ਸਾਰੇ ਐਸੇ ਸੰਤ ਨੇ, ਬਹੁਤ ਸਾਰੇ ਐਸੇ ਲੀਡਰ ਨੇ, ਬਹੁਤ ਸਾਰੇ ਐਸੇ ਪ੍ਰਮੁੱਖ ਬੰਦੇ ਨੇ ਜਿਹੜੇ ਪੈਸੇ ਦੇ ਕੇ ਤੁਹਾਨੂੰ ਤੇ ਆਪਣੀ ਸ਼ੋਭਾ ਦੇ ਵਾਸਤੇ ਕਵਿਤਾਵਾਂ ਜਿਹੜੀਆਂ ਨੇ ਲਿਖਾਣਗੇ। ਤੁਸੀਂ ਆਪਣੀ ਕਵਿਤਾ ਦਾ ਜਿਹੜਾ ਮਿਆਰ ਹੈ ਉਹਨੂੰ ਹੇਠਾਂ ਨਹੀਂ ਜਾਣ ਦੇਣਾ, ਉਹ ਹੇਠਾਂ ਨਹੀਂ ਜਾਣ ਦੇਣਾ। ਉਹਦੇ ਨਾਲ ਖੋਟ ਜਿਹੜੀ ਹੈ ਉਹਦੇ 'ਚ ਵੱਧਦੀ ਜਾਏਗੀ, ਸੋਨਾ ਜਿਹੜਾ ਉਹਦੇ 'ਚ ਘਟਦਾ ਜਾਏਗਾ। ਇਹ ਧਿਆਨ ਰੱਖਣਾ ਜ਼ਰੂਰ। ਔਰ ਜੇ ਅਸੀਂ ਇਹ ਕਿਤਾਬਾਂ ਵੱਡੇ ਵੱਡੇ ਕਵੀਆਂ ਦੀਆਂ ਪੜ੍ਹਾਂਗੇ, ਕਵਿਤਾਵਾਂ ਸੁਣਾਂਗੇ, ਕਵਿਤਾਵਾਂ ਪੜ੍ਹਾਂਗੇ, ਸਾਡਾ ਉਹ ਮਿਆਰ ਜਿਹੜਾ ਉਹ ਸਾਡਾ ਕਾਇਮ ਰਹੇਗਾ। ਤੋ ਕਵਿਤਾਵਾਂ ਦੇ ਬਾਰੇ, ਕਵੀ ਕਾਵ ਸ਼ਾਸਤਰ ਬਾਰੇ, ਕਾਵ ਆਲੋਚਨਾ ਬਾਰੇ, ਕਾਵ ਇਤਿਹਾਸ ਬਾਰੇ, ਇਹਦੇ ਬਾਰੇ ਚਰਚਾਵਾਂ ਕਰਨ ਲਈ ਵੀ ਸੈਮੀਨਾਰ ਜਿਹੜੇ ਨੇ ਛੋਟੇ ਛੋਟੇ ਪੱਧਰ ਦੇ ਉੱਤੇ ਉਹ ਹੁੰਦੇ ਰਹਿਣ ਤੇ ਉਹਦਾ ਸਾਨੂੰ ਸਾਰਿਆਂ ਨੂੰ ਲਾਭ ਮਿਲੇਗਾ। ਤੋ ਹੁਣ ਸਮਾਂ ਜਿਹੜਾ, ਕਿਉਂਕਿ ਕਵਿਤਾ ਦਾ ਜਿੰਨਾ ਆਨੰਦ ਆਉਂਦਾ ਉਹਨਾਂ ਵਿਚਾਰਾਂ ਦਾ ਤੇ ਇਹਦਾ ਇੰਨਾ ਆਨੰਦ ਨਹੀਂ ਆ ਸਕਦਾ। ਤੋ ਅਨੁਵਾਦਿਤ ਸਾਹਿਤ ਜਿਹੜਾ ਉਹਦੇ ਬਾਰੇ ਵੀ ਕੋਈ ਲੈਕਚਰ ਕਿਸੇ ਦੀ ਡਿਊਟੀ ਲਾਈ ਜਾਵੇ।
ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨ ਸੱਜਣ ਆਪਣੇ ਇਹ ਸਾਰੇ ਕਾਫਲੇ ਦੇ ਵਿੱਚ ਹੈਗੇ ਨੇ। ਤੋ ਉਹਨਾਂ ਦਾ ਸ਼ੁਕਰਗੁਜ਼ਾਰ ਸਿੰਘ ਜੀ ਨੇ ਜਾਂ ਹੋਰ ਸੱਜਣ ਨੇ, ਨੂਰ ਸਾਹਿਬ ਨੇ, ਵਾਸੂ ਸਾਹਿਬ ਨੇ, ਉਹ ਅਨੁਵਾਦਿਤ ਸਾਹਿਤ ਦੇ ਬਾਰੇ, ਜਿਸ ਤਰ੍ਹਾਂ ਟੈਗੋਰ ਦੀਆਂ ਕਵਿਤਾਵਾਂ ਦਾ ਅਨੁਵਾਦ ਹੋਇਆ ਉਹ ਸੁਣ ਕੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੇ ਉੱਤੇ ਹੈ ਔਰ ਆਰਤੀ ਦੇ ਉੱਤੇ ਹੈ ਟੈਗੋਰ ਦੀ ਕਵਿਤਾ। ਉਹ ਕਵਿਤਾਵਾਂ ਜਿਹੜੀਆਂ ਨੇ ਸਾਨੂੰ ਪਤਾ ਵੀ ਹੋਣਾ ਚਾਹੀਦਾ ਤੇ ਸਾਡੇ ਕੋਲ ਹੋਣੀਆਂ ਵੀ ਚਾਹੀਦੀਆਂ ਨੇ। ਤਾਂ ਤੁਸੀਂ ਸਾਰੇ ਜਿਹੜੇ ਨੇ ਆਪਣੇ ਆਪਣੀ ਲਾਇਬ੍ਰੇਰੀਆਂ ਬਣਾਓ, ਜਿਹੜੀਆਂ ਪੁਸਤਕਾਂ ਦੀ ਤੁਹਾਨੂੰ ਲੋੜ ਹੈ, ਕਈ ਵਿਦਿਆਰਥੀ ਨਹੀਂ ਵੀ ਖਰੀਦ ਸਕਦੇ, ਉਹ ਤੁਸੀਂ ਜਾਚਕ ਸਾਹਿਬ ਨੂੰ ਦੱਸੋ। ਕੋਈ ਸੱਜਣ ਉਹ ਕਿਤਾਬ ਲੈ ਕੇ ਤੁਹਾਨੂੰ ਭੇਜ ਸਕਦਾ ਹੋਵੇ, ਜਾਂ ਕਈ ਕਵੀਆਂ ਕੋਲ ਨਾ ਕਿਤਾਬਾਂ ਬਹੁਤ ਸਾਰੀਆਂ ਪਈਆਂ ਹੁੰਦੀਆਂ ਨੇ ਤੇ ਕੋਈ ਲੈਣ ਵਾਲਾ ਨਹੀਂ ਹੁੰਦਾ, ਤੇ ਨਾ ਹੀ ਉਹ ਹੁਣ ਵੇਚਣ ਦੀ ਇੱਛਾ ਰੱਖਦੇ ਹੁੰਦੇ ਨੇ, ਉਹ ਉਹਨਾਂ ਦੇ ਘਰ ਹੀ ਪਈਆਂ ਰਹਿੰਦੀਆਂ ਕਿਤਾਬਾਂ। ਉਹ ਤੁਸੀਂ ਜਾਚਕ ਸਾਹਿਬ ਨੂੰ ਆਪੋ ਆਪਣਾ ਪਤਾ ਭੇਜ ਦਿਓ, ਉਹ ਅੱਜ ਕੱਲ੍ਹ ਕੋਰੀਅਰ ਦੇ ਉੱਤੇ ਕਿਤਾਬਾਂ ਤੁਹਾਡੇ ਘਰ ਜਿਹੜੀਆਂ ਨੇ ਉਹ ਪੁੱਜਦੀਆਂ ਹੋ ਜਾਣਗੀਆਂ। ਅਸੀਂ ਵੀ ਕਿਤਾਬਾਂ ਜਿਹੜੀਆਂ ਸਾਨੂੰ ਮਿਲਣਗੀਆਂ, ਅਸੀਂ ਜ਼ਿਆਦਾ ਗਿਣਤੀ ਵਿੱਚ ਖਰੀਦ ਲੈਂਦੇ ਹਾਂ ਜਦੋਂ ਸਸਤੀਆਂ ਮਿਲਦੀਆਂ ਨੇ, ਤੇ ਸਮੇਂ-ਸਮੇਂ ਤੇ ਅਸੀਂ ਉਹ ਗਿਫਟ ਦਿੰਦੇ ਰਹਿੰਦੇ ਹਾਂ। ਔਰ ਸਭ ਤੋਂ ਚੰਗੀ ਗੱਲ ਹੈ ਜਿਹੜੀਆਂ ਸੰਪਾਦਿਤ ਕਾਵਿ ਸੰਗ੍ਰਹਿ ਛਾਪੇ ਜਾਣ ਵੱਧ ਤੋਂ ਵੱਧ। ਸੰਪਾਦਿਤ ਕਾਵਿ ਸੰਗ੍ਰਹਿ ਹੁਣ ਵੀ ਮੈਨੂੰ ਲੱਗਦਾ ਹੈ ਕਿ ਇੱਛਾ ਬਲ ਇੱਕ ਕਾਵਿ ਸੰਗ੍ਰਹਿ ਛਪ ਰਿਹਾ ਹੈ, ਉਹ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਭੁਪਿੰਦਰ ਕੌਰ ਕਵਿਤਾ ਉਹ ਉਦਮ ਕਰਕੇ ਆਪਣੇ ਸਾਰੀ ਟੀਮ ਦੇ ਨਾਲ, ਜਾਚਕ ਸਾਹਿਬ ਨਾਲ, ਸਾਰਿਆਂ ਨਾਲ ਮਿਲ ਕੇ ਛਾਪ ਰਹੇ ਨੇ। ਤੋ ਜਾਚਕ ਸਾਹਿਬ ਜੀ ਨੂੰ ਬਹੁਤ ਇਸ ਗੱਲ ਦੀ ਵਧਾਈ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ, ਕਿ ਸਾਰੇ ਸੱਜਣਾ ਨੇ ਮਿਲ ਕੇ ਇਹ ਸਾਲਾਨਾ ਪ੍ਰੋਗਰਾਮ ਬਣਾਇਆ ਹੈ। ਔਰ ਇਹਨੂੰ ਹੋਰ ਜ਼ਿਆਦਾ ਤਗੜਾ ਕੀਤਾ ਜਾਵੇ, ਇਹਨੂੰ ਇੱਕ ਸੰਸਥਾਗਤ ਰੂਪ ਦੇ ਦਿੱਤਾ ਜਾਵੇ। ਸਟੱਡੀ ਸਰਕਲ ਦੇ ਨਾਲ ਜੋ ਛਤਰ ਛਾਇਆ ਦੇ ਵਿੱਚ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੀ ਛਤਰ ਛਾਇਆ ਦੇ ਹੇਠਾਂ ਪੱਕੇ ਸਕਾਲਰਸ਼ਿਪ ਜਿਹੜੇ ਨੇ ਉਹ ਰੱਖ ਦਿੱਤੇ ਜਾਣ, 10-15। ਉਹ ਸਕਾਲਰਸ਼ਿਪ 2 ਸਾਲ 3 ਸਾਲ ਚੱਲਦੇ ਰਹਿਣ। ਉਹਦੇ ਵਿੱਚ ਵਿਦਿਆਰਥੀ, ਕਵੀ, ਨੌਜਵਾਨ ਜਿਹੜੇ ਨੇ ਉਹ ਕਿਸੇ ਖਾਸ ਵਿਧਾ ਦੇ ਉੱਤੇ ਉਹ ਆਪਣਾ ਰਿਸਰਚ ਕਰਨ, ਉਹਨਾਂ ਦਾ ਪੂਰਾ ਜਿਹੜਾ ਉਹ ਛਾਪਿਆ ਜਾਵੇ। ਭਾਵੇਂ ਯੂਨੀਵਰਸਿਟੀ ਦੀ ਡਿਗਰੀ ਉਹਦੇ ਨਾਲ ਜੁੜੀ ਹੋਵੇ, ਭਾਵੇਂ ਨਾ ਜੁੜੀ ਹੋਵੇ, ਲੇਕਿਨ ਉਹਦੀ ਖੋਜ ਜਿਹੜੀ ਹੈ ਉਹ ਹੋਵੇ। ਇੱਕ ਸਰਵੇ ਜ਼ਰੂਰ ਕੀਤਾ ਜਾਵੇ। ਜਿੰਨੇ ਕਵੀ ਨੇ ਨਾ, ਇਹਨਾਂ 'ਚ ਜਿਹੜੇ ਬੰਦੇ ਸਟੈਟਿਸਟਿਕਸ ਜਾਣਦੇ ਨੇ, ਜਿਹੜੇ ਸਾਇੰਸ ਪੜ੍ਹਦੇ ਨੇ ਵਿਦਿਆਰਥੀ, ਉਹ ਸਰਵੇ ਜ਼ਰੂਰ ਕਰਨ ਵੀ ਕਿੰਨੇ ਕਵੀ ਨੇ, ਉਹਨਾਂ ਦੀ ਕਿੰਨੀ ਉਮਰ ਹੈ, ਕਿਹੜੀ ਐਜੂਕੇਸ਼ਨ ਹੈ, ਉਹ ਕਿਹੜੇ ਫੀਲਡ ਵਿੱਚ ਨੇ, ਕਿਹੜੇ ਪਿੰਡਾਂ ਦੇ ਕਿੰਨੇ ਨੇ, ਸ਼ਹਿਰਾਂ ਦੇ ਕਿੰਨੇ ਨੇ, ਵਿਦੇਸ਼ 'ਚ ਕਿੰਨੇ ਨੇ। ਇਹਦਾ ਪੂਰਾ ਸਰਵੇ ਵੀ ਕੀਤਾ ਜਾਵੇ। ਤੋ ਸਰਵੇ ਦੇ ਵਿੱਚੋਂ ਵੀ ਸਾਨੂੰ ਸਾਹਮਣੇ ਆਏਗਾ ਕਿ ਕਿਹੜਾ ਇਲਾਕਾ ਸਾਡੇ ਨਾਲ ਨਹੀਂ ਜੁੜਿਆ ਹੋਇਆ, ਤੋ ਕਿਹੜੇ ਵਿਦਿਆਰਥੀ ਸਾਡੇ ਨਾਲ ਨਹੀਂ ਜੁੜੇ ਹੋਏ, ਤੋ ਕਿਸ ਕਿਸਮ ਦੇ ਨੌਜਵਾਨ ਜਿਹੜੇ ਨੇ ਉਹ ਹੋਰ। ਅੱਛਾ, ਗੀਤਕਾਰੀ ਇਹਦੇ ਵਿੱਚ ਬੜੀ ਇੱਕ ਖਾਸ ਰੱਖਦੀ ਹੈ। ਦੇਖੋ ਪਿਛਲੇ ਸਮੇਂ 'ਚ ਕਿੰਨੇ ਗੀਤ ਪ੍ਰਸਿੱਧ ਹੋਏ ਨੇ। ਭਾਈ ਸਾਹਿਬ ਜਦੋਂ ਸ਼ਹੀਦੀ ਹਫ਼ਤਾ ਆਉਂਦਾ ਹੈ ਤਾਂ ਉਦੋਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸ੍ਰੀਨਗਰ ਵਾਲੇ ਜਿਹੜੇ ਨੇ ਉਹ ਗੀਤ ਜਦੋਂ ਬੋਲਦੇ ਨੇ, ਥਾਂ ਦੇ ਉੱਤੇ ਉਹਦੇ 'ਚ ਰੋਣਾ ਆਉਂਦਾ ਹੈ। ਕਿਸ ਤਰ੍ਹਾਂ 4 ਸਾਹਿਬਜ਼ਾਦਿਆਂ ਦੀ ਫਿਲਮ ਜਿਹੜੀ ਹੈ ਉਹਦੇ 'ਚ ਗੀਤ ਗਾਏ ਜਾਂਦੇ ਨੇ, ਤਾਂ ਉਹ ਗੀਤਾਂ ਦੇ ਨਾਲ ਕਿਸ ਤਰ੍ਹਾਂ ਜਜ਼ਬਾ ਜਿਹੜਾ ਉਹ ਬੱਚਿਆਂ 'ਚ ਭਰਿਆ ਜਾਂਦਾ ਹੈ। ਗੀਤਕਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਾਮਯਾਬ ਇੱਕ ਚੀਜ਼ ਹੈ। ਤਰਨਮ ਦੇ ਗੀਤ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਖਾਸ ਸੋਜ਼ ਹੈ। ਤੋ ਇਹਦੇ ਵਿੱਚ ਸਾਰਿਆਂ ਦੇ ਪਿੱਛੇ ਬੈਕਅਪ ਜ਼ਰੂਰ ਚਾਹੀਦਾ। ਬੈਕਅਪ ਦਾ ਮਤਲਬ ਹੁੰਦਾ ਜਿਵੇਂ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਹੋਣ ਤਾਂ ATM ਚੱਲਦਾ ਹੈ। ਇਸੇ ਤਰ੍ਹਾਂ ਕਵਿਤਾ ਜਿਹੜੀ ਤਾਂ ਚੱਲਦੀ ਹੈ ਜੇ ਤੁਹਾਡਾ ਪਿੱਛੇ ਅਧਿਐਨ ਹੋਏਗਾ, ਜੇ ਉਹਦੇ ਪਿੱਛੇ ਸੈਮੀਨਾਰ ਅਟੈਂਡ ਕੀਤੇ ਹੋਣਗੇ, ਜੇ ਉਹਦੇ ਪਿੱਛੇ ਤੁਹਾਡਾ ਚਿੰਤਨ ਕੰਮ ਕਰਦਾ ਹੋਏਗਾ, ਜੇ ਬਾਣੀ ਦਾ ਅਭਿਆਸ, ਕੀਰਤਨ ਤੁਸੀਂ ਅੱਧਾ ਘੰਟਾ ਰੋਜ਼ ਸੁਣਦੇ ਹੋਵੋਗੇ ਤਾਂ ਹੋਏਗਾ। ਕੱਲਾ ਇਹ ਨਾ ਸੋਚੋ ਵੀ ਤੁਕਾਂਤ ਮਿਲਾਤਾ ਤੇ ਕਵਿਤਾ ਬਣ ਗਈ। ਨਾ, ਤੁਕਾਂਤ ਮਿਲਾਉਣ ਨਾਲ ਨਹੀਂ, ਉਹ ਤਾਂ ਫਿਰ ਆਰਟੀਫਿਸ਼ਲ ਜਿਊਲਰੀ ਬਣ ਜਾਏਗੀ। ਜਿਹੜਾ ਅਸੀਂ ਕਹਿੰਦੇ ਆ ਖੋਨੇ ਕਾ ਗਮ ਨਹੀਂ, ਸੋਨੇ ਸੇ ਕਮ ਨਹੀਂ, ਉਹ ਨਹੀਂ ਚਾਹੀਦਾ। ਅਸਲੀ ਸੋਨਾ ਜਿਹੜਾ ਨਾ ਉਹਦੇ ਵਿੱਚ ਦਮ ਹੁੰਦਾ ਹੈ, ਸੋਨੇ ਵਾਲਾ। ਉਸੇ ਤਰ੍ਹਾਂ ਕਵੀ ਦੀ ਕਵਿਤਾ ਜਦੋਂ ਬੋਲੇ, ਸੁਣਨ ਵਾਲਾ ਜਿਹੜਾ ਉਹ ਹਿੱਲ ਜਾਏ ਸੁਣ ਕੇ, ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਉਹ ਸ਼ੇਰ ਜਿਹੜਾ ਉਹ ਵੀ ਉਹਦੇ 'ਚ ਜਾਨ ਹੈਗੀ ਹੈ। ਤੋ 2-4 ਸ਼ੇਰ, 4 ਸ਼ੇਰ ਹੀ ਜਿਹੜੇ ਨੇ ਇੱਕ ਕਵੀ ਦੀ ਪੇਸ਼ਕਾਰੀ ਵਿੱਚ ਜਾਣ ਵਾਲੇ ਹੋ ਜਾਣ ਤਾਂ ਉਹਦੇ ਨਾਲ ਕਵੀ ਦਰਬਾਰ ਦੇ ਵਿੱਚ ਜਾਨ ਪੈ ਜਾਂਦੀ ਹੈ। ਉਹ ਕਹਿੰਦਾ ਵੀ ਯਾਰ ਮਜ਼ਾ ਆ ਗਿਆ। ਅਸੀਂ ਇੱਥੇ ਇੱਕ ਜਦੋਂ ਹੁੰਦਾ ਸੀ ਜਿਹੜੇ ਉਰਦੂ ਦਾ ਕਵੀ ਦਰਬਾਰ ਹੁੰਦਾ, ਉਹਨੂੰ ਕੀ ਕਹਿੰਦੇ ਨੇ, ਮੁਸ਼ਾਇਰਾ। ਹਾਂਜੀ, ਉਦੋਂ ਅਸੀਂ ਸੁਣਦੇ ਰਹੇ ਹਾਂ। ਤੇ ਉੱਥੇ ਜਾ ਕੇ ਅਸੀਂ 4-5 ਜਿਹੜੇ ਨੇ ਸ਼ੇਰ ਨੋਟ ਕਰਕੇ ਲਿਆਣੇ। ਅਸੀਂ ਕਹਿੰਦੇ ਯਾਰ ਮਜ਼ਾ ਆ ਗਿਆ। 5 ਸ਼ੇਰ ਜਿਹੜੇ ਨੇ ਨਾ, ਇਹਨਾਂ ਨੇ ਸਾਡਾ ਟਾਈਮ ਜਿਹੜਾ ਮਤਲਬ ਪੂਰਾ ਕਰ ਦਿੱਤਾ ਹੈ। ਤੋ ਮੈਂ ਸਮਾਂ ਬਹੁਤ ਜ਼ਿਆਦਾ ਲੈ ਗਿਆ।
मैं बहुत सज्जन बैठे ने समर्थ, उन्हें सारिਆਂ ने पेशकारी अपनी करनी है। तो मैं ये आस रखदा कि काफला ਵੱਡਾ ਹੁੰਦਾ ਜਾਏਗਾ, ਅਮੀਰ ਹੁੰਦਾ ਜਾਏਗਾ, ਔਰ ਉਹਨਾਂ ਦੀ ਬੈਕਅਪ ਜਿਹੜੀ ਹੈ ਸਟੱਡੀ ਅਧਿਐਨ ਉਹ ਵੱਧਦਾ ਜਾਏਗਾ, ਔਰ ਪੁਸਤਕਾਂ ਦਾ ਪੂਰਾ ਇੱਕ ਜਿਹੜਾ ਇੱਕ ਲਿਸਟ ਹੈ ਔਰ ਉਹਦੇ ਨੋਟਸ ਨੇ ਸਾਲ ਭਰ ਦੇ, ਉਹ ਜਾਚਕ ਸਾਹਿਬ ਨੂੰ ਬੇਨਤੀ ਹੈ ਵੀ ਸਾਰਿਆਂ ਦੇ ਸਹਿਯੋਗ ਨਾਲ ਇਕੱਠੇ ਕਰਦੇ ਰਹਿਣ, ਔਰ ਸਾਰਿਆਂ ਨੂੰ ਉਹ ਬੰਚ ਜਿਹੜਾ ਸਾਲ 'ਚ ਇੱਕ ਵਾਰੀ 2 ਵਾਰੀ ਉਹ ਜ਼ਰੂਰ ਪਹੁੰਚ ਜਾਵੇ। ਹਾਲਾਤ ਠੀਕ ਹੋ ਜਾਣ, ਫਿਰ ਅਸੀਂ ਆਮੋ ਸਾਹਮਣੇ ਬੈਠ ਕੇ ਸੁਣ ਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਸਕਾਂਗੇ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ